देख रहे हो सांचा टीवी। मैं हाँ तुहाडे नाल अर्शदीप ते तुहाडा सारिਆਂ ਦਾ ਹੈਲਥ ਸ਼ੋ प्रोग्राम ਦੇ ਵਿੱਚ ਸਵਾਗਤ ਹੈ। पिछले हफ्ते इसे प्रोग्राम ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਹੈਡੇक्स ਦੇ ਬਾਰੇ, ਸਿਰ ਦਰਦ ਦੇ ਬਾਰੇ। पिछले हफ्ते ਅਸੀਂ ਦੱਸਿਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਹੈਡੇਕ ਸ਼ੁਰੂ ਹੁੰਦੀ ਹੈ, ਕੀ ਕਾਰਨ ਹੋ ਸਕਦੇ ਨੇ। ਪਰ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਟਾਈਪਸ ਦੀ। ਅਸੀਂ ਸੁਣਦੇ ਹਾਂ ਕਿ ਪ੍ਰਾਇਮਰੀ ਸੈਕੰਡਰੀ ਟਾਈਪਸ ਆਉਂਦੀਆਂ ਨੇ ਤੇ ਉਸ ਦੇ ਅੰਡਰ ਵੀ ਕਈ ਹੋਰ ਟਾਈਪਸ ਹੁੰਦੀਆਂ ਨੇ। ਕਿਸ ਟਾਈਪਸ ਦੀਆਂ ਹੈਡੇਕਸ ਹੋ ਸਕਦੀਆਂ ਨੇ, ਕਿਸ ਤਰ੍ਹਾਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ, ਹੋਰ ਕੀ ਕੁਝ ਇਨਵੋਲਵ ਹੈ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਇਹ ਪ੍ਰੋਗਰਾਮ ਅੱਜ ਇੱਥੇ ਹੀ ਨਹੀਂ ਖਤਮ ਹੋਣਾ। ਇਸ ਤੋਂ ਬਾਅਦ ਅਸੀਂ ਤੀਜਾ ਤੇ ਚੌਥਾ ਪ੍ਰੋਗਰਾਮ ਵੀ ਲੈ ਕੇ ਆਵਾਂਗੇ ਜਿਹਦੇ ਵਿੱਚ ਟ੍ਰੀਟਮੈਂਟਸ ਦੇ ਬਾਰੇ ਵੀ ਦੱਸਾਂਗੇ ਤੇ ਤੁਹਾਨੂੰ ਡਾਇਗਨੋਸਿਸ ਦੇ ਬਾਰੇ ਵੀ ਦੱਸਾਂਗੇ ਤੇ ਹੋਰ ਬਹੁਤ ਕੁਝ। ਪਿਛਲੇ ਹਫਤੇ ਡਾਕਟਰ ਗੁਲਜ਼ਾਰ ਚੀਮਾ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਸੀ ਕਿ ਹੈਡੇਕਸ ਦੇ ਕੀ ਕਾਰਨ ਹੋ ਸਕਦੇ ਨੇ। ਆਓ ਅੱਜ ਉਹਨਾਂ ਤੋਂ ਜਾਣਦੇ ਹਾਂ ਕਿ ਟਾਈਪਸ ਕਿਹੜੀਆਂ ਹੋ ਸਕਦੀਆਂ ਨੇ ਤੇ ਇਸ ਦੇ ਨਾਲ ਹੋਰ ਕੀ ਕੁਝ ਰਿਲੇਟਡ ਹੋ ਸਕਦਾ ਹੈ। ਤੇ ਸਵਾਗਤ ਕਰ ਲੈਂਦੇ ਹਾਂ ਡਾਕਟਰ ਗੁਲਜ਼ਾਰ ਚੀਮਾ ਦਾ। ਡਾਕਟਰ ਚੀਮਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਵੰਸ ਅਗੇਨ। ਤੁਹਾਡੇ ਸਾਰੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਡੇ। ਜਿੱਥੇ ਵੀ ਪ੍ਰੋਗਰਾਮ ਵਾਚ ਕਰਦੇ ਨੇ ਮੈਂ, ਕਿਉਂਕਿ ਮੈਨੂੰ ਪਤਾ ਲੱਗਾ ਵੀ ਸਾਰੇ ਕਾਫੀ ਜਗ੍ਹਾ ਦੇ ਪ੍ਰੋਗਰਾਮ ਆਪਣਾ ਜਾਂਦਾ ਤੇ ਮੈਂ ਇਹ ਫਿਰ ਦੁਬਾਰਾ ਕਲੀਅਰ ਕਰ ਦੇਣਾ ਵੀ ਮੈਂ ਇੱਥੇ ਵਲੰਟੀਅਰ ਹਾਂ ਤੇ ਨਾ ਹੀ ਮੈਂ ਕਿਸੇ ਕੋਈ ਮੇਰਾ ਕੋਈ ਪੈਸੇ ਦਾ ਚੱਕਰ ਹੈ ਇੱਥੇ, ਤੇ ਨਾ ਹੀ ਮੇਰਾ ਕੋਈ ਕਿਸੇ ਕੰਪਨੀ ਵਾਸਤੇ ਮੈਂ ਕੰਮ ਕਰਨਾ। ਸਿਰਫ ਮੇਰਾ ਆਪਣਾ ਮੈਂ ਦਸਵੰਧ ਕਰਨਾ ਤੇ ਮੈਂ ਟਾਈਮ ਵਾਸਤੇ ਆਉਣਾ। ਸੋ ਕਈਆਂ ਨੇ ਮੈਨੂੰ ਪੁੱਛਿਆ ਸੀ ਵੀ ਤੁਹਾਡਾ ਉੱਥੇ ਰਿਲੇਸ਼ਨਸ਼ਿਪ ਕੀ ਹੈ। ਸੋ ਬੜਾ ਕਲੀਅਰ ਕਰਨਾ ਮੇਰੇ ਵਾਸਤੇ ਬੜਾ ਇੰਪੋਰਟੈਂਟ ਹੈ। ਤੇ ਨੈਚੁਰਲੀ ਇਹ ਜਿਹੜੇ ਕਈ ਹੁੰਦੇ ਨੇ ਲੋਕ, ਜਿਹੜਾ ਉਹਨਾਂ ਦਾ ਕੰਮ ਹੁੰਦਾ ਕਿ ਉਹਨਾਂ ਨੇ ਨੁਕਤਾਚੀਨੀ ਕਰਨੀ ਹੁੰਦੀ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ, ਵਿਹਲੇ ਬੈਠੇ ਨੇ ਤੇ ਉਹਨਾਂ ਦੀ ਉਹ ਇਨਕੈਪੇਬਲ ਨੇ ਇਸ ਗੱਲ ਦੇ ਵੀ ਲੋਕਾਂ ਦਾ ਜਿਹੜਾ ਵਲੰਟੀਅਰ ਕੰਮ ਹੈ ਉਹਨੂੰ ਐਪਰੀਸ਼ੀਏਟ ਕਰਨ ਦੀ ਬਾਈ ਕਈ ਵਾਰੀ ਉਹ ਕਿੰਤੂ ਪਰੰਤੂ ਕਰਦੇ ਨੇ। ਪਰ ਮੈਨੂੰ ਉਹਨਾਂ ਨੂੰ ਐਕਸਪਲੇਨ ਕਰਨਾ ਮੇਰੇ ਵਾਸਤੇ ਬੜਾ ਇੰਪੋਰਟੈਂਟ ਹੈ ਸਾਰਿਆਂ ਵਾਸਤੇ ਕਿ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਦਿਲ ਖੋਲ੍ਹੇ ਨਾਲ ਦੇਖੋ। ਆਪਣੀ ਜੇ ਤੁਸੀਂ ਵਲੰਟੀਅਰ ਟਾਈਮ ਦੇਣਾ ਤੁਸੀਂ ਵਲੰਟੀਅਰ ਟਾਈਮ ਦਿਓ, ਮੇਰਾ ਵਲੰਟੀਅਰ ਟਾਈਮ ਤੁਸੀਂ ਸਟਾਪ ਨਹੀਂ ਕਰ ਸਕਦੇ। ਸੋ ਮੈਂ ਸ਼ੁਰੂ ਤੋਂ ਇਸ ਤਰ੍ਹਾਂ ਕਰਨਾ ਪਿਆ, ਮੈਂ ਕਰੀ ਜਾਣਾ। ਸੋ ਇਹ ਭਾਵੇਂ ਜਿੰਨੀ ਮਰਜ਼ੀ ਤੁਸੀਂ ਖੱਪ ਪਾ ਲਓ, ਮੇਰਾ ਜਿਹੜਾ ਨਾ ਮੈਨੂੰ ਇਹਦੇ ਨਾਲ ਹੈਡੇਕ ਵੀ ਨਹੀਂ ਹੋਣੀ। ਬਿਲਕੁਲ, ਥੈਂਕ ਯੂ ਡਾਕਟਰ ਸਾਹਿਬ ਕਲੀਅਰ ਕਰਨ ਦੇ ਲਈ। ਸੋ ਸੱਚਮੁੱਚ ਡਾਕਟਰ ਸਾਹਿਬ ਸਾਡੇ ਨਾਲ ਵਲੰਟੀਅਰ ਕੰਮ ਕਰਦੇ ਆ ਰਹੇ ਨੇ। ਨੋਟ ਅੱਜ ਜਾਂ 1 ਸਾਲ ਦੀ ਗੱਲ ਕਰਾਂ, ਜਦੋਂ ਤੋਂ ਮੈਨੂੰ ਲੱਗਦਾ ਸੀ ਪਲੇਟਫਾਰਮ ਦੇ ਉੱਤੇ ਇਕੱਠੇ ਹੋਏ ਹਾਂ ਉਦੋਂ ਤੋਂ ਹੀ ਤੁਸੀਂ ਸਾਥ ਦਿੰਦੇ ਆ ਰਹੇ ਹੋ ਤਾਂ ਕਿ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰੀਏ। ਜਿੰਨੀ ਕਿ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਹੈ, ਤੁਹਾਡੀਆਂ ਐਕਸਪਰਟੀਜ਼ ਹੈਗੀਆਂ ਨੇ, ਅਸੀਂ ਉਹਨੂੰ ਯੂਜ਼ ਕਰ ਸਕੀਏ ਤਾਂ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਸਾਡੇ ਜਿਹੜੇ ਵਿਊਅਰਸ ਆ ਉਹਨਾਂ ਤੱਕ ਪਹੁੰਚਦੀ ਹੋ ਸਕੇ। ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੈਲਥ ਸ਼ੋਅ ਦੇ ਵਿੱਚ ਸਾਡਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਤੁਹਾਨੂੰ ਜਿਹੜਾ ਇਲਾਜ ਦੱਸੀਏ, ਸਿਰਫ ਇਹੀ ਮਕਸਦ ਹੁੰਦਾ ਕਿ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈਏ। ਤੇ ਤੁਹਾਡਾ ਜੋ ਵੀ ਫੈਮਿਲੀ ਡਾਕਟਰ ਹੈ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਆ, ਉਹਨਾਂ ਦੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਆ ਤੇ ਉਹ ਤੁਹਾਨੂੰ ਦੱਸ ਸਕਦੇ ਆ ਕਿ ਕੀ ਇਲਾਜ ਤੁਹਾਡੇ ਲਈ ਇੰਪੋਰਟੈਂਟ ਹੋ ਸਕਦਾ। ਅਸੀਂ ਸਿਰਫ ਨੌਲੇਜ ਦੇ ਵਿੱਚ ਵਾਧਾ ਕਰਨ ਦੇ ਲਈ ਇੱਥੇ ਬੈਠੇ ਆ। ਸੋ ਡਾਕਟਰ ਸਾਹਿਬ, ਹੈਡੇਕ ਦੇ ਬਾਰੇ ਪਿਛਲੇ ਹਫਤੇ ਗੱਲਬਾਤ ਕੀਤੀ ਸੀ ਤੇ ਹੈਡੇਕ ਦਾ ਪ੍ਰੋਗਰਾਮ ਬਹੁਤ ਸਾਰੇ ਲੋਕਾਂ ਨੇ ਪਸੰਦ ਵੀ ਕੀਤਾ ਸੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਟਾਈਪਸ ਦੇ ਬਾਰੇ। ਸੋ ਹੈਡੇਕਸ ਦੀਆਂ ਟਾਈਪਸ ਜਿਹੜੀਆਂ ਨੇ ਉਹ ਕਈ ਟਾਈਪਸ ਹੈਗੀਆਂ ਨੇ, ਪਰ ਜ਼ਿਆਦਾਤਰ ਕਿਹੜੀਆਂ ਟਾਈਪਸ ਜਿਹੜੀਆਂ ਨੇ ਉਹ ਲੋਕਾਂ ਨੂੰ ਉਹ ਸਮੱਸਿਆਵਾਂ ਦਿੰਦੀਆਂ ਨੇ। ਦੇਖੋ, ਜਿਹੜੀ ਹੈਡੇਕ ਹੈ ਨਾ, ਮੈਂ ਇੱਕ ਹੋਰ ਗੱਲ ਥੋੜ੍ਹੀ ਜਿਹੀ ਐਕਸਪਲੇਨ ਹੋਰ ਕਰਨੀ ਚਾਹੁੰਦਾ ਕਿ ਜਦੋਂ ਵੀ ਸਾਡੀ ਬਾਡੀ ਵਿੱਚ ਆਪਾਂ ਫੀਲ ਕਰਨੇ ਆ ਸਿਰ ਦਰਦ, ਇਹਦਾ ਇੱਕ ਕਿਸਮ ਦਾ ਵਾਰਨਿੰਗ ਸਾਈਨ ਹੁੰਦਾ ਵੀ ਕੋਈ ਨਾ ਕੋਈ ਸਾਡੀ ਬਾਡੀ ਅੰਦਰ ਕੋਈ ਨਾ ਕੋਈ ਗੜਬੜ ਹੋ ਰਹੀ ਹੈ, ਜਿਸ ਹਿਸਾਬ ਨਾਲ ਇਹਦੀ ਜਿਹੜੀ ਪ੍ਰੈਜੈਂਟੇਸ਼ਨ ਹੈਡੇਕ ਕਰਕੇ ਹੁੰਦੀ ਹੈ। ਪਰ ਆਪਾਂ ਇਹਨੂੰ ਜਿਹੜੀ ਹੈਡ ਦੇ ਵਿੱਚ ਇਹਨੂੰ ਹੈਡੇਕ ਜ਼ਰੂਰ ਕਹਿੰਦੇ ਆ, ਪਰ ਜਿਹੜੇ ਸਾਡੇ ਬ੍ਰੇਨ ਦੇ ਵਿੱਚ ਜਿਹੜੇ ਸੈੱਲ ਨੇ ਉਹਨਾਂ ਵਿੱਚ ਕੋਈ ਪੇਨ ਰਿਸੈਪਟਰ ਨਹੀਂ ਹੈਗੇ। ਇਹ ਐਕਚੁਅਲੀ ਜਿਹੜੇ ਉਹਦੇ ਬਲੱਡ ਵੈਸਲ ਨੇ ਜਾਂ ਜਿਹੜੇ ਨਰਵ ਐਂਡਿੰਗ ਨੇ ਜਿਹੜੀਆਂ ਸਾਡੇ ਨੈਕ ਦੀ ਮਸਲ ਨੂੰ ਸਪਲਾਈ ਕਰਦੀਆਂ, ਫੇਸ ਦੇ ਮਸਲਸ ਨੂੰ, ਸਾਡਾ ਜਿਹੜਾ ਨਾ ਅਪਰ ਬਾਡੀ ਦੇ ਮਸਲਸ ਨੂੰ, ਆਈ ਦੇ ਮਸਲਸ ਨੂੰ, ਉਹਨਾਂ ਦੇ ਰਸਤੇ ਜਿਹੜੀ ਜਦੋਂ ਪੇਨ ਮਹਿਸੂਸ ਕਰਨੇ ਆ ਇਹ ਜਿਹੜੀ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਹੁੰਦੀ ਹੈ। ਸੋ ਬ੍ਰੇਨ ਦਾ ਡਾਇਰੈਕਟਲੀ ਜਿਹੜੇ ਕੋਈ ਸੈੱਲ ਨਹੀਂ ਹੈਗੇ ਕਿ ਜਿਹੜੇ ਪੇਨ ਐਜ਼ ਏ ਉਹਨਾਂ ਵਿੱਚੋਂ ਜਿਹੜੀ ਤੁਹਾਨੂੰ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਹੈ। ਸੋ ਬਾਕੀ ਸੈਕਿੰਡ ਗੱਲ ਇਹ ਵੀ ਹੁਣ ਕਈ ਤਰ੍ਹਾਂ ਦੀਆਂ ਹੈਡੇਕ ਨੇ, ਬਹੁਤ ਸਾਰੇ ਨਾਂ ਨੇ, ਤੁਸੀਂ ਜਿਹਦੇ ਨਾਲ ਮਰਜ਼ੀ ਗੱਲ ਕਰ ਲਓ ਉਹਨਾਂ ਨਵਾਂ ਹੀ ਨਾਂ ਇਹਨੂੰ ਕੋਈ ਨਾ ਕੋਈ ਦੇਣਾ। ਅਜੇ ਰਿਸਰਚ ਹੋ ਰਹੀ ਹੈ, ਅਜੇ ਪੂਰਾ ਕਿਸੇ ਨੂੰ ਇਹਦੇ ਬਾਰੇ 100% ਗਿਆਨ ਵੀ ਨਹੀਂ ਹੈਗਾ। ਜਿਸ ਤਰੀਕੇ ਨਾਲ ਕੋਈ ਨਾ ਕੋਈ ਇਹਨੂੰ ਕਿਸੇ ਨਾ ਕਿਸੇ ਹਿੱਸੇ ਵਿੱਚ ਉਹਨਾਂ ਵੰਡ ਦਿੱਤਾ।
बहुत सारे हिस्से ने, मैं 4 हिस्सों की गल करांगा अज कि जिहड़ा सब तो पहला भी जिहड़ी टेंशन हैडेक है, दूसरी हुंदी है भी जिहड़े साइनस इन्फैक्शन करके हो जाती है हैडेक, तीजी हुंदी है जिहड़ी माइग्रेन हैडेक, उहदे विचों भी एक सिंपल माइग्रेन हैडेक, एक हुंदी है जिहड़ा औरा जिहदे नाल पहलां कई तरह के सिम्पटम होंदे ने, फिर हैडेक आउंदी है। फिर जिहड़ी सब तो जिहड़ी डिबिलीटेटिंग हैडेक है वो एक होर है जिहड़ी क्लस्टर हैडेक। सो ना जिहड़े ने ना ਇਹ ਤੁਸੀਂ ਵੇਖਣਾ ਵੀ ਤੁਸੀਂ ਕਿਹੜੇ ਪਾਸੇ ਫਿੱਟ ਹੁੰਦੇ, ਤੁਸੀਂ ਆਪ ਵੀ ਇਹਦਾ ਨਾਂ ਕੋਈ ਨਾ ਕੋਈ ਰੱਖ ਸਕਦੇ ਹੋ, ਇਹਦਾ ਕੋਈ ਗੱਲ ਨਹੀਂ ਵੀ ਇਹ ਤੇ ਜਿਨ੍ਹਾਂ ਨੇ ਪ੍ਰੋਫੈਸ਼ਨਲਸ ਨੇ ਆਪਣੇ ਹਿਸਾਬ ਨਾਲ ਡਿਸਕ੍ਰਾਈਬ ਕੀਤਾ। ਪਰ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੈਡੇਕਸ ਦੀਆਂ ਕਲੀਨਿਕ ਦੁਨੀਆ ਵਿੱਚ ਬਹੁਤ ਜ਼ਿਆਦਾ ਨੇ, ਹਰ ਪ੍ਰੋਵਿੰਸ ਵਿੱਚ ਜਾਂ ਜਿਹੜੇ ਖਾਸ ਕਰਕੇ ਹੁਣ ਸਾਡਾ ਸਿਸਟਮ ਇਸ ਤਰ੍ਹਾਂ ਕਿ ਫੈਮਿਲੀ ਡਾਕਟਰ ਨੂੰ ਸਾਰੀ ਪਹਿਲਾਂ ਸ਼ੁਰੂ 'ਚ ਤੁਹਾਨੂੰ ਗੱਲਬਾਤ ਕਰਨੀ ਪੈਂਦੀ, ਉਹਨਾਂ ਤੁਹਾਨੂੰ ਐਕਸਪਲੇਨ ਕਰਨਾ ਤੁਹਾਨੂੰ ਕਿਸ ਪਾਸੇ ਭੇਜਣਾ, ਕੀ ਤੁਸੀਂ ਕਰਨਾ ਹੈ, ਤੁਹਾਡੀ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ, ਕਿਸ ਤਰੀਕੇ ਨਾਲ ਤੁਸੀਂ ਕਦੋਂ ਤੁਸੀਂ ਡਾਕਟਰ ਕੋਲ ਜਾਣਾ, ਉਹ ਵੀ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ। ਪਹਿਲਾਂ ਇਸ ਤੋਂ ਪਹਿਲਾਂ ਕਿ ਆਪਾਂ ਨੈਕਸਟ ਕਰੀਏ ਗੱਲ, ਡਾਕਟਰ ਕੋਲ ਉਦੋਂ ਜਾਣਾ ਤੁਹਾਨੂੰ ਬੜੀ ਕੰਪਲੀਕੇਸ਼ਨ ਜੀ ਮਹਿਸੂਸ ਹੋਵੇ, ਤੁਹਾਡੀ ਬਾਡੀ ਦੇ ਵਿੱਚ ਤੁਹਾਡੇ ਕੰਮ ਦੇ ਵਿੱਚ ਇੰਟਰਫੀਅਰੈਂਸ ਹੋ ਰਹੀ ਹੈ, ਤੁਸੀਂ ਕੰਮ ਨਹੀਂ ਕਰ ਸਕਦੇ, ਫੋਕਸ ਨਹੀਂ ਕਰ ਸਕਦੇ, ਇਹ ਬਾਰ-ਬਾਰ ਹੈਡੇਕ ਆ ਰਹੀ ਹੈ। ਸੋ ਇਹ ਉਦੋਂ ਜਾ ਕੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਨੀ ਪੈਣੀ ਹੈ। ਫਿਰ ਤੁਸੀਂ ਆਪਣੇ ਸਿੰਪਟਮ ਨੋਟ ਕਰਕੇ ਜਾਣਾ ਵੀ ਕਿਸ ਤਰ੍ਹਾਂ ਸ਼ੁਰੂ ਹੋਈ ਸੀ, ਕਿੰਨੀ ਦੇਰ ਤੱਕ ਰਹੀ ਹੈ, ਇਹ ਕਿਹੜੀ ਮੈਡੀਸਨ ਲਈ ਹੈ, ਤੁਸੀਂ ਇਹਨੂੰ ਕੰਟਰੋਲ ਕਿਉਂ ਨਹੀਂ ਕਰ ਸਕੇ ਜਾਂ ਕਾਰਨ ਕੀ ਨੇ। ਇੱਕ ਹੁੰਦਾ ਕਿ ਜਦੋਂ ਕਈ ਵਾਰੀ ਇਕੱਲਾ ਫੈਮਿਲੀ ਡਾਕਟਰ ਦੇ ਕੋਲ ਜਾਂ ਜਿਹੜਾ ਤੁਹਾਡਾ ਇੰਟਰਨਿਸਟ ਹੈ ਜਾਂ ਨਿਊਰੋਲੋਜਿਸਟ ਹੈ ਜਿਹਦੇ ਕੋਲ ਵੀ ਤੁਹਾਡੀ ਅਪਾਇੰਟਮੈਂਟ ਹੈਗੀ ਹੈ, ਡਿਪੈਂਡ ਕਰਦਾ ਵੀ ਕਿਹੜੇ ਕੰਟਰੀ ਦੇ ਕਿਹੜੇ ਹਿੱਸੇ ਤੁਸੀਂ ਹੈਗੇ ਹੋ। ਕੈਨੇਡਾ ਵਿੱਚ ਤਾਂ ਮੋਸਟਲੀ ਪ੍ਰਾਇਮਰੀ ਕੇਅਰ ਡਾਕਟਰ ਫੈਮਿਲੀ ਡਾਕਟਰ ਨੇ, ਉਹ ਵੀ ਹੁਣ ਬਹੁਤ ਘੱਟ ਗਏ ਨੇ। ਯੂਨਾਈਟਿਡ ਸਟੇਟ ਦੇ ਵਿੱਚ ਜਿਹੜਾ ਨਾ ਉਹ ਮੋਸਟਲੀ ਨਿਊਰੋਲੋਜਿਸਟ ਨੂੰ ਲੋਕੀ ਵੇਖਦੇ ਨੇ ਜਾਂ ਇੰਟਰਨਿਸਟ ਨੂੰ। ਆਪਣੇ ਯੂਰਪ ਦੇ ਵਿੱਚ ਹੋਰ ਤਰ੍ਹਾਂ ਦੀ ਕੇਅਰ ਪ੍ਰੋਵਾਈਡ ਹੁੰਦੀ ਹੈ। ਸੋ ਇਹ ਤੁਹਾਨੂੰ ਡਿਪੈਂਡ ਕਰਦਾ ਵੀ ਕਿਹੜੀ ਜਗ੍ਹਾ ਤੁਸੀਂ ਬੈਠੇ ਹੋ। ਪਰ ਸਾਰਿਆਂ ਵਾਸਤੇ ਇੱਕ ਜਗ੍ਹਾ ਬਹੁਤ ਇੰਪੋਰਟੈਂਟ ਹੈ ਕਿ ਐਮਰਜੈਂਸੀ 'ਚ ਤੁਸੀਂ ਕਦੋਂ ਜਾਣਾ। ਉਹ ਡਿਪੈਂਡ ਕਰਦਾ ਕਿ ਆਪ ਜਿਹੜੀਆਂ 5-6 ਗੱਲਾਂ ਮੈਂ ਐਕਸਪਲੇਨ ਕਰਨੀਆਂ ਵੀ ਜਦੋਂ ਤੁਹਾਡੀ ਹੈਡੇਕ ਹੈ ਨਾ, ਤੁਹਾਡੀ ਆਕਸੀਪਿਟਲ ਹੈਡੇਕ ਹੋਏ, ਤੁਹਾਡੇ ਨੈਕ ਦੇ ਇੱਥੇ ਮਗਰਲੇ ਬੰਨੇ ਹੈਡੇਕ ਹੋ ਰਹੀ ਹੈ ਬੜੀ ਜ਼ੋਰ ਨਾਲ, ਸਮਝ ਲਓ ਵੀ ਪੀਅਰਸਿੰਗ ਹੈਡੇਕ ਹੈ, ਤੁਹਾਨੂੰ ਐਨ ਉਹਨੇ ਜਕੜ ਦਿੱਤਾ, ਇੱਕਦਮ ਹੋਈ ਤੇ ਤੁਹਾਨੂੰ ਪਤਾ ਵੀ ਗੜਬੜ ਹੋ ਗਈ। ਸੈਕੰਡ ਹੁੰਦਾ ਵੀ ਜਦੋਂ ਬੈਠੇ ਹੋ ਕਿਤੇ ਘਰ ਦੇ ਵਿੱਚ ਬਾਹਰ ਜਾਂ ਕੰਮ 'ਤੇ, ਜਾਂ ਤੁਹਾਨੂੰ ਨਾਲ ਦਾ ਬੰਦਾ ਸਮਝੇ ਕਿ ਤੁਹਾਡੀ ਸਪੀਚ ਵਿੱਚ ਫ਼ਰਕ ਪੈ ਗਿਆ, ਤੁਸੀਂ ਗੱਲਬਾਤ ਕਰਦਿਆਂ ਤੁਸੀਂ ਰੁਕ ਜਾਂਦੇ ਹੋ, ਜਾਂ ਤੁਹਾਡੀ ਗੱਲ ਨਹੀਂ ਸਮਝ ਆ ਰਹੀ, ਜਾਂ ਜਿਹੜਾ ਬੰਦਾ ਤੁਹਾਨੂੰ ਗੱਲ ਕਰਦਾ ਪਿਆ ਤੁਹਾਨੂੰ ਉਹਦੀ ਗੱਲ ਸਮਝ ਨਹੀਂ ਆ ਰਹੀ, ਇਹ ਵਾਰਨਿੰਗ ਸਾਈਨ ਹੈ। ਫਿਰ ਹੈਗਾ ਵੀ ਜੇ ਤੁਹਾਨੂੰ ਉਦੋਂ ਹੈਡੇਕ ਦੇ ਨਾਲ ਬੜਾ ਬੁਖਾਰ ਹੈ, ਸਮਝ ਲਓ ਵੀ 30 ਡਿਗਰੀ ਦੇ ਸੈਲਸੀਅਸ ਦੇ ਨੇੜੇ ਜਿਹੜਾ ਤੁਹਾਨੂੰ ਟੈਂਪਰੇਚਰ ਹੋ ਗਿਆ, 30 ਤੋਂ ਵੀ ਉੱਪਰ ਵੱਧ ਗਿਆ, ਬਾਡੀ ਦੇ ਨਾਲ ਤੁਹਾਨੂੰ ਸਵੈਟਿੰਗ ਹੋ ਰਹੀ ਹੈ, ਪਹਿਲਾਂ ਤੁਹਾਨੂੰ ਹੈਡੇਕ ਨਹੀਂ ਹੋਈ। ਸੋ ਇਹ ਵੀ ਟਾਈਮ ਖਤਰਨਾਕ ਹੈ। ਫਿਰ ਜਿਹੜਾ ਨੈਕਸਟ ਹੁੰਦਾ ਵੀ ਤੁਹਾਨੂੰ ਨਾਊਜ਼ੀਆ ਹੋ ਗਿਆ, ਵੋਮਟਿੰਗ ਸ਼ੁਰੂ ਹੋ ਗਈ। ਫਿਰ ਜਿਹੜਾ ਹੁੰਦਾ ਵੀ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਵਿਜ਼ਨ 'ਤੇ ਫ਼ਰਕ ਪੈ ਗਿਆ, ਬਲਰਿੰਗ ਆ ਵਿਜ਼ਨ ਹੋ ਗਿਆ, ਦਿਸਦਾ ਨਹੀਂ, ਦੋ ਤਰ੍ਹਾਂ ਨਾਲ ਇੱਕ ਚੀਜ਼ ਵੇਖਦੇ ਪਏ ਹੋ, ਦੋ ਤਰ੍ਹਾਂ ਨਾਲ ਤੁਹਾਨੂੰ ਦਿਸਦੀ ਹੈ, ਉਦੋਂ ਵੀ ਜਿਹੜਾ ਨਾ ਉਹ ਵੀ ਸਾਈਨ ਬੜਾ ਖਤਰਨਾਕ ਹੈ। ਫਿਰ ਉਸ ਤੋਂ ਇਲਾਵਾ ਜਿਹੜਾ ਹੁੰਦਾ ਵੀ ਤੁਹਾਡੀ ਇੱਕ ਬਾਡੀ ਦੇ ਹਿੱਸੇ ਵਿੱਚ ਵੀਕਨੈਸ ਆ ਜੇ, ਉਦੋਂ ਵੀ ਖਤਰਨਾਕ। ਸੋ ਜਦੋਂ ਇਹ ਤੁਹਾਨੂੰ ਸਾਰੇ 5-7 ਸਿੰਪਟਮ ਆਉਂਦੇ ਨੇ, ਜਿਹੜੀ ਪ੍ਰੈਜੈਂਟੇਸ਼ਨ ਤੁਹਾਡੇ ਸਾਹਮਣੇ ਆ ਰਹੀ ਤੁਸੀਂ ਦੇਖਦੇ ਪਏ ਹੋ, ਜਾਂ ਤੁਹਾਨੂੰ ਦੂਸਰਾ ਕੋਈ ਵੇਖਦਾ ਪਿਆ, ਤੇ ਉਹਨੂੰ ਚਾਹੀਦਾ ਵੀ ਉਸੇ ਟਾਈਮ 'ਤੇ ਤੁਸੀਂ ਐਮਰਜੈਂਸੀ ਜਾਣਾ। 911 ਕਾਲ ਕਰਨਾ ਬਹੁਤ ਇੰਪੋਰਟੈਂਟ ਹੈ, ਕਿਉਂਕਿ ਕਰੂਸ਼ੀਅਲ ਟਾਈਮ ਹੈ ਹੈਡੇਕ ਦੀ, ਮੇਜਰ ਹੈਡੇਕ ਦੇ ਵਿੱਚ, ਤੇ ਉਹਦੀਆਂ ਜਿਹੜੀਆਂ ਕੰਪਲੀਕੇਸ਼ਨ ਡਿਵੈਲਪ ਹੋ ਰਹੀਆਂ ਹਸਪੀਟਲ ਦੇ ਵਿੱਚ ਟਾਈਮ ਪਹੁੰਚਣ ਤੱਕ, ਉੱਥੇ ਤੁਹਾਡੀਆਂ ਇਨਵੈਸਟੀਗੇਸ਼ਨਸ ਜਾਂ ਉਹ ਆਪਾਂ ਅਗਲੇ ਹਫਤੇ ਕਰਾਂਗੇ ਗੱਲ ਵੀ ਤੁਸੀਂ ਕੀ ਕਰਨਾ। ਪਰ ਤੁਹਾਡਾ ਜਿਹੜਾ ਟਾਈਮ ਜਿਹੜਾ ਨਾ, ਜਿਸ ਤਰ੍ਹਾਂ ਆਪਾਂ ਹਾਰਟ ਅਟੈਕ ਦੇ ਟਾਈਮ ਸਾਨੂੰ ਬੜਾ ਇੰਪੋਰਟੈਂਟ ਹੁੰਦਾ, ਸਟ੍ਰੋਕ ਦਾ ਟਾਈਮ ਦੇ ਹਿਸਾਬ ਨਾਲ ਹਸਪੀਟਲ ਪਹੁੰਚਣਾ ਇੰਪੋਰਟੈਂਟ ਹੁੰਦਾ, ਉਸੇ ਹਿਸਾਬ ਨਾਲ ਜਿਹੜੀ ਹੈ ਨਾ ਬਹੁਤ ਹੀ ਖਤਰਨਾਕ ਜਿਹੜੀ ਹੈਡੇਕ ਹੈ, ਮੈਂ ਤੈਨੂੰ ਖਤਰਨਾਕ ਹੀ ਕਹਾਂਗਾ, ਮੈਂ ਇਹਨੂੰ ਵਰਡ ਤਾਂ ਦੇ ਰਿਹਾ ਕਿਉਂਕਿ ਖਤਰਨਾਕ ਤੁਹਾਡੇ ਵਾਸਤੇ, ਤੁਹਾਨੂੰ ਹਸਪੀਟਲ ਜਾਣਾ ਚਾਹੀਦਾ। ਉੱਥੇ ਜਾ ਕੇ ਹਸਪੀਟਲ ਜਾ ਕੇ ਫਿਰ ਹੁੰਦਾ ਵੀ ਆਪਣੇ ਲੋਕ ਥੋੜ੍ਹੇ ਜਿਹੇ ਕਈ ਵਾਰੀ ਸੰਗਦੇ ਨੇ, ਜਾਂ ਇੱਕ ਸਿਸਟਮ ਇਹੋ ਜਿਹਾ ਵੀ ਅਗਲੇ ਦਿਨ ਜੇ ਆਪਾਂ ਕੋਈ ਲੇਟ ਜਾਂਦਾ ਬੰਦਾ, ਕੋਈ ਮੇਰੀ ਉਮਰ ਦਾ ਜਾਂ ਕੋਈ ਬਿਲਕੁਲ ਯੰਗ ਜਾ ਰਿਹਾ, ਉਹਨੂੰ ਡਿਫਰੈਂਟ ਤਰੀਕੇ ਨਾਲ ਡੀਲ ਕਰਦੇ। ਕਈ ਵਾਰੀ ਉਹਨਾਂ ਨੇ ਕਹਿਣਾ ਪਤਾ ਨਹੀਂ ਯੰਗ ਗਿਆ ਬੰਦਾ, ਤਾਂ ਉਹਨਾਂ ਨੇ ਕਹਿਣਾ ਪਤਾ ਨਹੀਂ ਸ਼ਰਾਬ ਸ਼ੁਰੂ ਪੀਤੀ ਜਾਂ ਕੋਈ ਡਰੱਗ ਖਾਧੀ ਹੈ। ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਬਿਠਾਇਆ ਵੀ ਇਹ ਬੰਦੇ
ਇਹਨੂੰ ਉਹ ਦੇਖਣ ਤੋਂ ਪਹਿਲਾਂ ਹੀ ਉਹਨਾਂ ਮਨ ਬਣਾਇਆ ਹੁੰਦਾ ਕਈ ਵਾਰੀ ਉਹ ਕੰਮ ਗਲਤ ਹੈ ਜਾ ਕੇ ਉਹਨਾਂ ਨੂੰ ਐਕਸਪਲੇਨ ਕਰੋ ਵੀ ਆਹ ਮੈਨੂੰ ਸਿਚੁਏਸ਼ਨ ਹੈ ਇਸ ਕਰਕੇ ਮੈਂ ਆਇਆ ਜਦੋਂ ਐਂਬੂਲੈਂਸ ਨੂੰ ਕਾਲ ਕਰਨਾ ਉਹ ਵੀ ਉਹਨਾਂ ਨੂੰ ਐਕਸਪਲੇਨ ਕਰਨਾ ਇਨਫੋਰਮੇਸ਼ਨ ਦਿਓ ਜਿਹੜਾ ਕਿ ਮੋਸਟ ਰਿਸਪੌਂਸੀਬਲ ਬੰਦਾ ਘਰ ਦੇ ਵਿੱਚ ਜਿਹਨੂੰ ਕਿ ਉਹਨਾਂ ਨੂੰ ਵੇਖਿਆ ਜਾਂ ਕੰਮ ਦੇ ਵਿੱਚ ਜਿਹੜਾ ਬੰਦਾ ਰਿਸਪੌਂਸੀਬਲ ਹੈ ਉਹ ਹੀ ਇਨਫੋਰਮੇਸ਼ਨ ਦੇ ਤਾਂ ਕਿ ਡੁਪਲੀਕੇਸ਼ਨ ਆਫ ਇਨਫੋਰਮੇਸ਼ਨ ਨਾ ਹੋਏ ਉਹਨਾਂ ਦੇ ਪ੍ਰੋਪਰ ਇਲਾਜ ਹੋ ਸਕੇ ਇਹ ਬਹੁਤ ਕ੍ਰੂਸ਼ੀਅਲ ਹੈ ਪਿਛਲੀ ਵਾਰੀ ਮੇਰੇ ਖਿਆਲ 'ਚ ਭੁੱਲ ਗਿਆ ਸੀ ਮੈਂ ਜਾਂ ਅਜੇ ਪੂਰੀ ਗੱਲ ਨਹੀਂ ਸੀ ਹੋਈ ਇਸ ਪਹਿਲੀ ਪਾਰਟ 'ਤੇ ਆਪਾਂ ਗੱਲ ਕਰੀ ਹੁਣ ਟਾਈਪਸ ਆਫ ਹੈਡੇਕ ਦੀ ਹੁਣ ਟੈਂਸ਼ਨ ਹੈਡੇਕ ਦੀ ਮੈਂ ਜਿਸ ਤਰ੍ਹਾਂ ਗੱਲ ਪਹਿਲਾਂ ਸਭ ਤੋਂ ਕਰਨਾ ਚਾਹੁੰਦਾ ਇਹ ਟੈਂਸ਼ਨ ਜਿਸ ਤਰ੍ਹਾਂ ਦੱਸਿਆ ਵੀ ਜਿਹੜੀ ਸਾਡੀਆਂ ਨਰਵ ਐਂਡਿੰਗ ਜਿਹੜੀਆਂ ਨਰਵਸ ਦੇ ਵਿੱਚ ਜਿਹੜੇ ਸੈਲਜ਼ ਨੇ ਜਿਹੜੇ ਸੈਂਸਿਟਿਵ ਨੇ ਪੇਨ ਨੂੰ ਜਾਂ ਬਲੱਡ ਵੈਸਲ ਦੇ ਆਲੇ ਦੁਆਲੇ ਜਿਹੜੇ ਬਲੱਡਸ ਜਿਹੜੇ ਨਰਵਸ ਨੇ ਉਹ ਜਿਹੜੀਆਂ ਸੈਂਸਿਟਿਵ ਨੇ ਪਲੱਸ ਮਸਲ ਦੇ ਨਾਲ ਜਿਹੜੀਆਂ ਨਰਵਸ ਜਿਹੜੀਆਂ ਸੈਂਸਿਟਿਵ ਨੇ ਉਹਨਾਂ ਨੂੰ ਜਦੋਂ ਟੈਨਸ਼ਨ ਹੁੰਦੀ ਹੈ ਕਿਸੇ ਵੀ ਗੱਲ ਕਰਕੇ ਬਿਲਕੁਲ ਤੁਹਾਨੂੰ ਥਕਾਵਟ ਹੋ ਜੇ ਟਾਇਰਡਨੈਸ ਹੋ ਜੇ ਜਾਂ ਤੁਸੀਂ ਪਰੇਸ਼ਾਨ ਹੋ ਜਾਂ ਤੁਹਾਨੂੰ ਡੀਹਾਈਡਰੇਸ਼ਨ ਕਰਕੇ ਹੋ ਸਕਦੀ ਹੈ ਐਕਸੈਸਿਵ ਅਲਕੋਹਲ ਕਰਕੇ ਹੋ ਸਕਦੀ ਹੈ ਤੁਹਾਨੂੰ ਵਿਜ਼ਨ ਕਰਕੇ ਪ੍ਰੋਬਲਮ ਆ ਸਕਦੀ ਹੈ ਹੈਡੇਕ ਜਦੋਂ ਤੁਹਾਨੂੰ ਹੋ ਰਹੀ ਹੈ ਟੈਨਸ਼ਨ ਜਿਹੜੀ ਉਹ ਤੁਹਾਡੀ ਹੈਡੇਕ ਤੁਹਾਨੂੰ ਪਤਾ ਵੀ ਤੁਹਾਡੇ ਮਸਲ ਟਾਈਟ ਹੋਣਗੇ ਤੁਸੀਂ ਆਪਣੇ ਆਪ ਨੂੰ ਦੇਖ ਲਓ ਵੀ ਜਦੋਂ ਕਈ ਵਾਰੀ ਨੋਟ ਕੀਤਾ ਹੋਣਾ ਕਿ ਤੁਸੀਂ ਬਿਲਕੁਲ ਚੰਗੇ ਬੈਠੇ ਹੋ ਅਤੇ ਤੁਹਾਨੂੰ ਹੋਰ ਕੋਈ ਇਸ਼ੂ ਨਹੀਂ ਹੈਗਾ ਕੋਈ ਗੱਲ ਪਰੇਸ਼ਾਨੀ ਆਊਗੀ ਤੁਹਾਨੂੰ ਉਸ ਪਰੇਸ਼ਾਨੀ ਨੂੰ ਹੈਂਡਲ ਨਹੀਂ ਕਰਨ ਦੀ ਕਰਦੇ ਅਸੀਂ ਸਾਰੇ ਨਹੀਂ ਕਰ ਸਕਦੇ ਕਈ ਵਾਰੀ ਇਹ ਪੋਸੀਬਲ ਨਹੀਂ ਹੈਗਾ ਹਰ ਆਦਮੀ ਹਰ ਟਾਈਮ 'ਤੇ ਪ੍ਰਿਪੇਅਰ ਨਹੀਂ ਹੁੰਦਾ ਕਿ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਡੀਲ ਕਰਨਾ ਉਹ ਜਿਹੜੀ ਹੈਡੇਕ ਉਹ ਟੈਨਸ਼ਨ ਹੈਡੇਕ ਹੋ ਜਾਂਦੀ ਹੈ ਤੁਹਾਨੂੰ ਉਹ ਥੋੜ੍ਹੀ ਦੇਰ ਲਾਸਟ ਕਰਦੀ ਹੈ ਫਿਰ ਉਹਦੇ ਕਈ ਤਰੀਕੇ ਨੇ ਤੁਸੀਂ ਆਪਾਂ ਟ੍ਰੀਟਮੈਂਟ ਦੀ ਗੱਲ ਫਿਰ ਕਰਾਂਗੇ ਉਹ ਤੁਹਾਡੇ ਮਸਲ ਦੀ ਟੈਨਸ਼ਨ ਕਰਕੇ ਹੁੰਦਾ ਸਾਰੇ ਤੁਹਾਡੇ ਬਾਡੀ ਦੇ ਫੇਸ ਦੇ ਮਸਲ ਤੁਹਾਡੇ ਅੱਖਾਂ ਦੇ ਆਲੇ ਦੁਆਲੇ ਇੱਥੇ ਜੌਸ ਦੇ ਨੈਕ ਦੇ ਜਿਹੜੇ ਮਸਲ ਨੇ ਸਾਰੇ ਜਦੋਂ ਟਾਈਟ ਹੋਣ ਇਹ ਤੇ ਪ੍ਰੈਜੈਂਟੇਸ਼ਨ ਹੋ ਗਈ ਦੂਸਰੀ ਜਿਹੜੀ ਹੁੰਦੀ ਹੈ ਨਾ ਸਾਈਨਸ ਦੀ ਜਦੋਂ ਕੋਈ ਸਾਈਨਸ ਦੀ ਇਨਫੈਕਸ਼ਨ ਹੋਵੇ ਸਾਈਨਸ ਕੀ ਨੇ ਸਾਡੀ ਉਹ ਸਾਡੇ ਜਿਹੜਾ ਬਾਡੀ ਦਾ ਜਿਹੜਾ ਹਿੱਸਾ ਉਹਦੇ ਵਿੱਚੋਂ ਏਅਰ ਜਿਸ ਤਰ੍ਹਾਂ ਏਅਰ ਸੈਕਸ ਨੇ ਉਹ ਨੈਚੁਰਲੀ ਉਹ ਬਣੇ ਨੇ ਵੀ ਏਰੀਏਸ਼ਨ ਕਰਕੇ ਉਹ ਵਿੱਚੋਂ ਹੁਣ ਜਿਹੜੇ ਸਾਇਨਸ ਨੇ ਇੱਕ ਅੱਧੇ ਦਾ ਤੇ ਇਹ ਵੀ ਨਹੀਂ ਪਤਾ ਵੀ ਉਹਦੀ ਇੰਪੋਰਟੈਂਸ ਕੀ ਹੈ ਇਸ ਟਾਈਮ 'ਤੇ ਪਰ ਜੋ ਵੀ ਹੈਗਾ ਉਹਦੇ ਕਰਕੇ ਕਿਸੇ ਵੀ ਕਾਰਨ ਕਰਕੇ ਇਨਫੈਕਸ਼ਨ ਹੋ ਜਾਏ ਐਲਰਜੀ ਹੋ ਜਾਏ ਇਨਫੈਕਸ਼ਨ ਹੋ ਜਾਏ ਕੋਈ ਪੋਲਿਪ ਬਣ ਜਾਣ ਵਿੱਚ ਜਾਂ ਅਬਸਟਰਕਸ਼ਨ ਹੋ ਜਾਏ ਨੋਜ਼ ਦੀ ਤਾਂ ਉਹ ਫਿਰ ਇਨਫੈਕਸ਼ਨ ਦੇ ਕਰਕੇ ਉਹ ਕਾਫੀ ਸਾਇਨਸ ਜਿਹੜੀ ਹੈ ਨਾ ਜਿੱਥੇ ਆਪਣੇ ਸਾਇਨਸ ਨੇ ਉਹਦੇ ਜਿੱਥੇ ਏਅਰ ਪੈਸੇਜ ਨੇ ਉਹ ਤੁਹਾਨੂੰ ਫਿਰ ਹੈਡੇਕ ਹੋਣੀ ਹੈ ਸੋ ਇਹ ਤੇ ਹੋ ਗਈ ਸਾਇਨਸ ਹੈਡੇਕ ਫਿਰ ਜਿਹੜੀ ਨੈਕਸਟ ਆਉਂਦੀ ਹੈ ਜਿਹੜੀ ਕਿ ਖਤਰਨਾਕ ਹੈ ਕਲਸਟਰ ਹੈਡੇਕ ਉਹ ਕਲਸਟਰ ਦਾ ਕੀ ਉਹਨੇ ਗੁੱਛੇ 'ਚ ਆਉਣਾ ਇੱਕਦਮ ਪੂਰੇ ਜ਼ੋਰ ਨਾਲ ਆਉਣਾ ਉਹ ਹੁੰਦੀ ਹੈ ਇੱਕ ਸਾਈਡ 'ਤੇ ਅੱਖ ਦੇ ਆਲੇ ਦੁਆਲੇ ਹੈਡੇਕ ਹੋਣੀ ਹੈ ਬੜੇ ਜ਼ੋਰ ਨਾਲ ਹੈਡੇਕ ਹੁੰਦੀ ਹੈ ਕਈ ਵਾਰੀ ਹੈਡੇਕ ਆਉਣ ਤੋਂ ਪਹਿਲਾਂ ਹੋ ਸਕਦਾ ਵੀ ਤੁਹਾਡੀ ਅੱਖਾਂ ਵਿੱਚ ਪਾਣੀ ਆ ਵੀ ਸਕਦਾ ਤੁਹਾਡੀ ਉਹਦੇ ਨਾਲ ਤੁਹਾਨੂੰ ਇਰੀਟੇਸ਼ਨ ਵੀ ਹੋ ਸਕਦੀ ਹੈ ਕਈ ਵਾਰੀ ਲੋਕਾਂ ਨੂੰ ਨਾਲ ਉਹਨਾਂ ਦੇ ਰੈਡਨੈਸ ਈਅਰ ਦੇ ਆਲੇ ਦੁਆਲੇ ਵੀ ਹੋ ਜਾਂਦੀ ਹੈ ਪਲੱਸ ਕਈ ਵਾਰੀ ਬਲਰਿੰਗ ਆਫ ਵਿਜ਼ਨ ਹੋ ਸਕਦੀ ਹੈ ਪਰ ਇਹ ਜਿਹੜੀ ਕਲਸਟਰ ਹੈਡੇਕ ਹੈ ਨਾ ਇਹ ਮੋਸਟਲੀ ਮੈਨ ਵਿੱਚ ਹੁੰਦੀ ਹੈ ਬੰਦਿਆਂ 'ਚ ਜ਼ਿਆਦਾ ਹੁੰਦੀ ਹੈ ਲੇਡੀਜ਼ ਵਿੱਚ ਘੱਟ ਹੈ ਸੋ ਇਹ ਆਉਂਦੀ ਵੀ ਤਕਰੀਬਨ ਇੱਕ ਆਲਮੋਸਟ ਸੇਮ ਟਾਈਮ 'ਤੇ ਹੁੰਦੀ ਜਦੋਂ ਵੀ ਹੋਣੀ ਹੈ ਅਤੇ ਉਹ ਕਈ ਵਾਰੀ 5-7-10 ਮਿੰਟ ਇਹ ਪਰਸਿਸਟ ਕਰਦੀ ਹੈ ਫਿਰ ਘਟ ਜਾਂਦੀ ਹੈ ਫਿਰ ਆ ਜਾਂਦੀ ਹੈ ਸੋ ਨੈਚੁਰਲੀ ਇਹ ਕਲਸਟਰ ਹੈਡੇਕ ਹੈ ਜਿਹਨੂੰ ਆਪਾਂ ਕਲਸਟਰ ਦੇ ਬਾਕੀ ਇਹ ਡਿਪੈਂਡ ਕਰਦਾ ਵੀ ਤੁਸੀਂ ਇਹਨੂੰ ਬਾਕੀ ਦੂਸਰਿਆਂ ਨਾਲ ਡਿਫਰੈਂਸ਼ੀਏਟ ਇੱਦਾਂ ਕਰ ਸਕਦੇ ਆ ਕਿ ਜਿਹੜੀ ਟੈਨਸ਼ਨ ਹੈਡੇਕ ਉਹ ਸਾਰੇ 'ਚ ਹੁੰਦੀ ਹੈ ਕਲਸਟਰ ਇੱਕ ਸਾਈਡ 'ਤੇ ਹੋਣੀ ਹੈ ਸੋ ਇਟ ਡਜ਼ ਇਹ ਤੁਹਾਨੂੰ ਕਾਫੀ ਇੰਪੈਕਟ ਕਰਦੀ ਹੈ ਤੁਹਾਡੀ ਡਿਬਿਲੀਟੇਟਿੰਗ ਬੜੀ ਹੈ ਤੁਹਾਨੂੰ ਬਹੁਤ ਪਰੇਸ਼ਾਨ ਕਰਦੀ ਹੈ ਤੁਹਾਡੀ ਫੰਕਸ਼ਨ ਵਿੱਚ ਤਾਂ ਬੜਾ ਅਸਰ ਪੈਂਦਾ ਡਾਕਟਰ ਸਾਹਿਬ ਅਸੀਂ ਕਈ ਵਾਰੀ ਸੋਚਦੇ ਵੀ ਨਹੀਂ ਹੈਗੇ ਕਿ ਇੰਨੀ ਜ਼ਿਆਦਾ ਟਾਈਪਸ ਵੀ ਹੋ ਸਕਦੀਆਂ ਨੇ ਜੇ ਸਾਨੂੰ ਲੱਗਦਾ ਕਿ ਸਾਡਾ ਸਿਰ ਦਰਦ ਕਰ ਰਿਹਾ ਮਾਈਗ੍ਰੇਨ ਹੈਗੀ ਆ ਅਸੀਂ ਉਹਨੂੰ ਡਿਫਰੈਂਸ਼ੀਏਟ ਕਈ ਵਾਰੀ ਕਰਨਾ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਕਿਹੜੀ ਹੋ ਸਕਦੀ ਹੈ ਸੋ ਅਸੀਂ ਸਿੱਧਾ ਕਹਿੰਦੇ ਕਿ ਸਿਰ ਦੁਖਦਾ ਫਿਰ ਅਸੀਂ ਕਹਿੰਦੇ ਹਾਂ ਕਿ ਸਿਰ ਦੁਖਦਾ ਚਲੋ ਇੱਕ ਅੱਧੀ ਪੇਨ ਕਿਲਰ ਲੈ ਲੈਂਦੇ ਹਾਂ ਠੀਕ ਹੋ ਜਾਊਗਾ ਜਦੋਂ ਜ਼ਿਆਦਾ ਨਹੀਂ ਦੁਖਦਾ ਫਿਰ ਸਾਨੂੰ ਯਾਦ ਆਉਂਦਾ ਵੀ ਡਾਕਟਰ ਦੇ ਵੀ ਜਾਇਆ ਜਾ ਸਕਦਾ ਹੁਣ ਇਹਨਾਂ ਦੇ ਵਿੱਚੋਂ ਤੁਸੀਂ ਜਿਵੇਂ ਕਲਸਟਰ ਦੀ ਗੱਲ ਕੀਤੀ ਹੈ ਜਾਂ ਹੋਰ ਗੱਲ ਕੀਤੀਆਂ ਨੇ ਇਹ ਸਾਰੀਆਂ ਜਿਹੜੀਆਂ ਨੇ ਆਮ ਲੋਕਾਂ ਨੂੰ ਫੇਸ ਕਰਨੀਆਂ ਜਿਹੜੀਆਂ ਪੈਂਦੀਆਂ ਨੇ ਹੋਰ ਕਿਹੜੀਆਂ ਟਾਈਪਸ ਨੇ ਜਿਹੜੀਆਂ ਕਾਮਨ ਨੇ ਜਿਹੜੀ ਕਾਮਨ ਅਗਲੀ ਹੈਗੀ ਮਾਈਗ੍ਰੇਨ ਹੈਡੇਕ ਇਹਦੇ ਬਾਰੇ ਥੋੜਾ ਜਿਹਾ ਵਿਸਤਾਰ 'ਚ ਗੱਲ ਕਰਨੀ ਪੈਣੀ ਹੈ ਕਿ ਤੁਸੀਂ ਨੋਟ ਕੀਤਾ ਹੋਣਾ ਵੀ ਕੋਈ ਇਹੋ ਜਿਹਾ ਘਰ ਨਹੀਂ ਜਿੱਥੇ ਤੁਹਾਨੂੰ ਕੋਈ ਨਾ ਕੋਈ ਮੋਸਟਲੀ ਹੁੰਦਾ ਹੈ ਲੇਡੀਜ਼ ਦੇ ਵਿੱਚ ਜ਼ਿਆਦਾ ਬੰਦਿਆਂ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਇਹ ਜਿਹੜੀ ਹੈ ਨਾ ਦੋ ਤਰੀਕਿਆਂ ਦਾ ਇੱਕ ਸਿੰਪਲ ਮਾਈਗ੍ਰੇਨ ਹੈਡੇਕ ਜਾਂ ਇੱਕ ਹੁੰਦੀ ਵਿਦ ਔਰਾ ਦਾ ਕੀ ਹੈ ਵੀ ਹੈਡੇਕ ਆਉਣ ਤੋਂ ਪਹਿਲਾਂ ਉਹਦਾ ਜਿਹੜੀ ਇਨੀਸ਼ੀਅਲ ਪ੍ਰੈਜੈਂਟੇਸ਼ਨ ਹੋ ਸਕਦਾ ਤੁਹਾਨੂੰ ਵਿਜ਼ੂਅਲ ਉਹਦੇ ਨਾਲ ਕੋਈ ਹੋਏ
ਤੁਹਾਡੀ ਨਜ਼ਰ 'ਚ ਫਰਕ ਪੈ ਰਿਹਾ ਜਾਂ ਕਈ ਵਾਰੀ ਤੁਹਾਨੂੰ ਨਾਊਜ਼ੀਆ ਹੋ ਸਕਦਾ, ਕਈ ਵਾਰੀ ਯੂ ਫੀਲ ਬਲਰਿੰਗ ਆਫ ਵਿਜ਼ਨ। ਪਰ ਜਿਹੜੀ ਹੈਡੇਕ ਹੈ ਨਾ, ਇਹ ਸਿਰ ਦੇ ਇਕੱਲਾ ਅੱਖਾਂ ਦੇ ਆਲੇ ਦੁਆਲੇ ਨਹੀਂ, ਉਹ ਸਿਰ ਦੇ ਨਾਲ ਵੀ ਪੂਰੀ ਇਨਵੋਲਵਮੈਂਟ ਹੁੰਦੀ, ਮੋਸਟਲੀ ਇੱਕ ਸਾਈਡ ਤੇ ਹੁੰਦੀ ਹੈ। ਇਹਦੇ ਨਾਲ ਇਹ ਬੜੇ ਕਲੀਅਰ ਜਿਹੜੇ ਨਾ ਕਈ ਟ੍ਰਿਗਰ ਪੁਆਇੰਟਸ ਨੇ ਕਿ ਜਿਹੜੇ ਵੀ ਉਹ ਆਪਾਂ ਡਿਸਕਸ ਮੈਂ ਬਾਅਦ 'ਚ ਕਰਨਾ। ਸੋ ਜਿਹੜੀ ਸਿੰਪਲ ਹੈ ਮਾਈਗ੍ਰੇਨ ਹੈਡੇਕ, ਉਹਦੇ ਵਿੱਚ ਔਰਾ ਨਹੀਂ ਹੁੰਦਾ। ਜਿਹੜੀ ਕੰਪਲੀਕੇਟਡ ਹੈਗੀ ਹੈ ਮਾਈਗ੍ਰੇਨ ਹੈਡੇਕ, ਉਹਦੇ ਵਿੱਚ ਔਰਾ ਹੁੰਦਾ। ਸੋ ਪਰ ਦੋਨਾਂ ਦਾ ਬੜਾ ਘੱਟ ਜਿਹੜਾ ਨਾ ਡਿਫਰੈਂਸ਼ੀਏਟ ਕਰਨ ਦੇ ਬਹੁਤ ਥੋੜ੍ਹੀਆਂ ਗੱਲਾਂ ਨੇ ਜਿਹੜੀਆਂ ਨੂੰ ਸੈਪਰੇਟ ਕਰਦੀਆਂ। ਸੋ ਜਿਹੜਾ ਮਾਈਗ੍ਰੇਨ ਹੈਡੇਕ ਜਾਂ ਕਲਸਟਰ ਹੈਡੇਕ ਜਾਂ ਸਾਈਨਸ ਹੈਡੇਕ ਜਾਂ ਇਹਦੇ ਨਾਲ ਜਿਹੜੀ ਆਪਣੀ ਹੈ ਪਿਛਲੀ ਜਿਹੜੀ ਆਕਸੀਪਿਟਲ ਹੈਡੇਕ ਪਿਛਲੇ ਬੰਨੇ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੀ ਆਪਣਾ ਇਹ ਸਾਰੀਆਂ ਜਿਹੜੀਆਂ ਨੇ ਨਾ, ਇਹ ਡਿਪੈਂਡ ਕਰਦਾ ਵੀ ਏਜ ਕਿਹੜੀਆਂ ਦੀ ਹੋ ਰਹੀਆਂ, ਇਹਦੇ ਪਿੱਛੇ ਕਾਰਨ ਕੀ ਹੈ, ਕਿੰਨੇ ਹਿਸਾਬ ਨਾਲ ਕਦੋਂ ਚੱਲਦੀਆਂ ਨੇ, ਤੁਹਾਨੂੰ ਕਿੰਨਾ ਕੋਈ ਡਿਬਿਲੀਟੇਟ ਕਰਦੀਆਂ, ਤੁਸੀਂ ਇਹਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ, ਇਹ ਸਮਝਣਾ ਤਾਂ ਇੰਪੋਰਟੈਂਟ ਹੈ ਵੀ ਮੋਸਟਲੀ ਜਿਹੜੀਆਂ ਇਹ ਟ੍ਰੀਟਮੈਂਟ ਇਹਨਾਂ ਦੀ ਸਾਰੀ ਹੈਗੀ ਹੈ। ਕਈਆਂ ਦੀ ਹੁੰਦੀ ਹੈ ਸ਼ਾਰਟ ਟਰਮ ਟ੍ਰੀਟਮੈਂਟ, ਕਈਆਂ ਦੀ ਲੰਬੀ। ਸੋ ਨੈਕਸਟ ਵੀਕ ਮੈਂ ਉਹਦੇ ਬਾਰੇ ਗੱਲ ਕਰਾਂਗਾ। ਸੋ ਇਹ ਜਿਹੜੀ ਪ੍ਰੈਜੈਂਟੇਸ਼ਨ ਇਸ ਹਿਸਾਬ ਨਾਲ ਹੁੰਦੀ ਹੈ। ਸੋ ਜਦੋਂ ਵੀ ਤੁਸੀਂ ਫੀਲ ਕਰਦੇ ਹੋ ਕਿ ਮਾਈਗ੍ਰੇਨ ਹੈਡੇਕ ਵਿੱਚ ਮੋਸਟਲੀ ਹੁੰਦਾ ਵੀ ਕਿ ਹੋ ਸਕਦਾ ਵੀ ਤੁਸੀਂ ਐਕਸੈਸਿਵ ਲਾਈਟ ਚਲਾਓ। ਸਪੋਜ਼ ਵੀ ਤੁਸੀਂ ਜਿਸ ਤਰ੍ਹਾਂ ਇੱਕ ਕਮਰੇ 'ਚ ਗਏ, ਬਹੁਤ ਸਾਰਾ ਲਾਈਟ ਹੈ, ਕਈ ਵਾਰੀ ਕੈਮਰੇ ਸਾਹਮਣੇ ਤੇ ਬਹੁਤ ਐਬਸੋਲੂਟਲੀ ਕਈਆਂ ਨੂੰ ਜਿਹੜਾ ਨਾ ਹੋ ਜਾਂਦਾ। ਕਈ ਵਾਰੀ ਲੋਕਾਂ ਨੂੰ ਹੋ ਸਕਦਾ ਵੀ ਬਾਹਰ ਸੂਰਜ ਵਿੱਚ ਜਦੋਂ ਜਾਂਦੇ ਨੇ ਉਹਦੀ ਰੋਸ਼ਨੀ ਜਿਹੜੀ ਤੇਜ਼ ਉਹਦੇ ਨਾਲ ਹੋ ਜਾਂਦਾ। ਕਈਆਂ ਨੂੰ ਹੁੰਦਾ ਵੀ ਤੁਸੀਂ ਜਾ ਕੇ ਜਿਹੜੀ ਹੈ ਨਾ ਖਪਸ਼ਪ ਨਾਲ ਬੜਾ ਰੌਲਾ ਬਹੁਤ ਪੈ ਰਿਹਾ, ਕਈ ਵਾਰੀ ਜਿਹੜੀ ਨੋਇਸ ਦੇ ਨਾਲ ਹੋ ਜਾਂਦਾ। ਪਲੱਸ ਹੁੰਦਾ ਫੂਡ, ਜਿਹੜੇ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਫੂਡ ਕਰਕੇ ਹੁੰਦਾ। ਹੋ ਸਕਦਾ ਕੋਈ ਕਈਆਂ ਨੂੰ ਪਨੀਰ ਨਾ ਹੋਏ, ਕਈਆਂ ਨੂੰ ਕੋਈ ਸਪਾਈਸਿਸ ਨਾ ਹੋਏ, ਕਈਆਂ ਨੂੰ ਹੋ ਸਕਦਾ ਵੀ ਕੋਈ ਸਮੈਲ ਨਾ ਹੋ ਜੇ, ਕਈ ਇਸ ਬਹੁਤ ਜ਼ਿਆਦਾ ਇਹਦੀ ਵੇਰੀਏਬਿਲਿਟੀ ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜਿਹੇ ਹਾਲਾਤ ਦੇ ਵਿੱਚ ਹੋ। ਜਿੱਥੇ ਕੋਈ ਇੰਨਾ ਜ਼ਿਆਦਾ ਐਕਸਪੋਜ਼ਰ ਨਹੀਂ ਹੈਗਾ, ਤੁਹਾਡਾ ਲਿਮਟਿਡ ਜੀਆਂ ਤੁਹਾਨੂੰ ਐਕਸਪੋਜ਼ਰ ਹੈ, ਤਾਂ ਉਹਦੇ ਨਾਲ ਉਹ ਬਹੁਤ ਘੱਟ ਫਿਰ ਤੁਸੀਂ ਉਹਦੇ ਬਾਰੇ ਸੋਚ ਸਕਦੇ ਹੋ। ਪਲੱਸ ਲੇਡੀ ਵਿੱਚ ਹੁੰਦਾ ਵੀ ਡਿਊਰਿੰਗ ਪੀਰੀਅਡ ਦੇ ਵਿੱਚ ਜਾਂ ਪੀਰੀਅਡ ਤੋਂ ਪਹਿਲਾਂ ਹੋਣਾ। ਫਿਰ ਇਸ ਤੋਂ ਇਲਾਵਾ ਜਦੋਂ ਮੈਨੋਪਾਜ਼ ਹੁੰਦਾ ਉਦੋਂ ਚੇਂਜਸ ਆਉਂਦੀਆਂ ਬਾਡੀ 'ਚ, ਉਦੋਂ ਹੋ ਸਕਦਾ। ਇਸ ਤੋਂ ਇਲਾਵਾ ਜਿਹੜੀ ਮਾਈਗ੍ਰੇਨ ਹੈਡੇਕ, ਇਹ ਤੁਹਾਨੂੰ ਹੋ ਸਕਦਾ ਵੀ ਤੁਹਾਡੀ ਜਿਹੜੀਆਂ ਤੁਹਾਡੀ ਆਰਟਰੀਜ਼ ਨੇ ਉਹਨਾਂ ਵਿੱਚ ਇਨਫਲਾਮੇਸ਼ਨ ਦੇ ਨਾਲ ਵੀ ਇਹ ਬਣ ਸਕਦੀ ਹੈ। ਕਈਆਂ ਨੂੰ ਹੁੰਦਾ ਵੀ ਜਿਹੜੀਆਂ ਨਾ ਆਪਣਾ ਇੱਕ ਨਰਵ ਹੁੰਦੀ ਹੈ ਟ੍ਰਾਈਜੈਮਿਨਲ, ਉਹਦੀ ਇਰੀਟੇਸ਼ਨ ਕਰਕੇ ਵੀ ਹੈਡੇਕ ਹੋ ਸਕਦੀ ਹੈ। ਸੋ ਸਾਰੀਆਂ ਜਿਹੜੀਆਂ ਓਵਰਆਲ ਜਿਹੜੀ ਹੈ ਗੱਲ ਕਰਨ ਦਾ ਅੱਜ ਜੇ ਤੁਸੀਂ ਕਹੋ ਕਿ ਇਹਨੂੰ ਆਪਾਂ ਸਮ ਅਪ ਕਰਨਾ ਹੋਏ ਤੇ ਹੈਗਾ ਵੀ ਜਿਹੜੀ ਹੈਡੇਕ ਇਹ ਪ੍ਰੈਜੈਂਟੇਸ਼ਨ ਸਾਡੀ ਕਰਦੀ ਹੈ। ਜੀ ਬਿਲਕੁਲ, ਹੈਡੇਕ ਦਾ ਜਿਹੜਾ ਟੌਪਿਕ ਹੈਗਾ ਬਹੁਤ ਵਾਸਟ ਹੈਗਾ। ਐਜ਼ ਯੂ ਸੈਡ ਕਿ ਪਿਛਲੇ ਟਾਈਮ ਦੇ ਵਿੱਚ ਵੀ ਤੁਸੀਂ ਕਿਹਾ ਸੀ ਕਿ ਇਹ ਤੇ ਜਿੰਨੀ ਗੱਲ ਕੀਤੀ ਜਾਵੇ ਉਨੀ ਥੋੜੀ ਹੈਗੀ ਆ। ਹੁਣ ਤੁਸੀਂ ਦੇਖੋ ਕਿ ਕਿੰਨੀਆਂ ਟਾਈਪਸ ਹੈਗੀਆਂ ਨੇ, ਹਰ ਬੰਦੇ ਨੂੰ ਕੋਈ ਅਲੱਗ ਪ੍ਰੋਬਲਮ ਜਿਹੜੀ ਆ ਹੋ ਸਕਦੀ ਹੈਗੀ ਹੈ। ਪਰ ਹੁਣ ਇਹ ਜਿਹੜੀਆਂ ਮੋਸਟ ਕਾਮਨ ਹੈਗੀਆਂ, ਪਰ ਇਸ ਤੋਂ ਹੋਰ ਵੀ ਟਾਈਪਸ ਜਦੋਂ ਅਸੀਂ ਪੜ੍ਹਨ ਲੱਗਦੇ ਹਾਂ ਤਾਂ ਹੋਰ 13-14 ਟਾਈਪਸ ਜਿਹੜੀਆਂ ਹੋਰ ਸਾਹਮਣੇ ਆ ਕੇ ਜਿਹੜੀਆਂ ਖੜੀਆਂ ਹੋ ਜਾਂਦੀਆਂ। ਦੇਖੋ ਇਹਦੇ ਬਹੁਤ ਸਾਰੇ ਨਾਂ ਨੇ, ਮੈਨੂੰ ਯਾਦ ਦਾ ਵੀ ਤਕਰੀਬਨ 100% ਤਾਂ ਮੈਨੂੰ ਯਾਦ ਨਹੀਂ ਰਹਿੰਦਾ ਵੀ ਮੈਂ ਹੁਣ ਹਰ ਚੀਜ਼ ਮੈਮੋਰਾਈਜ਼ ਕਰਕੇ ਆਵਾਂ, ਪਰ ਕਾਫੀ ਨੇ ਵੈਰਾਈਟੀਜ਼, ਪਰ ਦੀਜ਼ ਆਰ ਵੈਰੀ ਕਾਮਨ ਜਿਹੜੀਆਂ ਕਿ ਕਾਮਨ ਹੈਗੀਆਂ ਨੇ ਪ੍ਰੈਜੈਂਟੇਸ਼ਨ ਹੁੰਦੀ ਹੈ। ਸੋ ਜਦੋਂ ਤੁਹਾਨੂੰ ਇਹੋ ਜਿਹੀ ਗੱਲਬਾਤ ਹੁੰਦੀ ਹੈ, ਵਾਟ ਯੂ ਨੀਡ ਟੂ ਡੂ, ਟੇਕ ਏ ਪੇਪਰ ਐਂਡ ਪੈਨ ਜਾਂ ਪੈਨਸਲ ਲੈ ਕੇ ਆਪਣੀਆਂ ਗੱਲਾਂ ਲਿਖਣੀਆਂ ਸ਼ੁਰੂ ਕਰੋ ਵੀ ਕਦੋਂ ਸ਼ੁਰੂ ਹੋਈ, ਇਹਦੇ ਟ੍ਰਿਗਰ ਪੁਆਇੰਟਸ ਕੀ ਸੀ, ਕਿੰਨੀ ਦੇਰ ਲਾਸਟ ਕੀਤੀ, ਕਿਹੜੀ ਚੀਜ਼ ਨਾਲ ਤੁਹਾਨੂੰ ਬੈਨੀਫਿਟ ਹੋਇਆ, ਰੈਸਟ ਨਾ ਹੋਇਆ, ਕਿ ਇਹਨੂੰ ਹੋਰ ਗੱਲਾਂ ਕਿੱਥੇ ਸੀ, ਤੁਹਾਡੇ ਕੰਮ 'ਤੇ ਕੀ ਅਸਰ ਪੈ ਰਿਹਾ, ਘਰ 'ਤੇ ਕੀ ਅਸਰ ਪੈ ਰਿਹਾ, ਕੋਈ ਮੈਡੀਸਨ ਤਾਂ ਨਹੀਂ ਲੈ ਰਹੇ ਇਹੋ ਜਿਹੀ ਜਿਹਦੇ ਨਾਲ ਵੱਧਦੀ ਪਈ ਹੈ, ਕੋਈ ਫੂਡ ਤਾਂ ਨਹੀਂ ਖਾ ਰਹੇ ਇਹੋ ਕਰਦੀ ਵੀ ਹੈ। ਖਾਸ ਕਰਕੇ ਜਿਹੜਾ ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਨੋਟ ਕਰਨੀਆਂ ਚਾਹੀਦੀਆਂ ਨੇ। ਕਈ ਵਾਰੀ ਅਸੀਂ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਵਾਰੀ ਹੈਡੇਕ ਹੁੰਦੀ ਹੈ, ਅਸੀਂ ਪੇਨ ਕਿਲਰਸ ਲੈ ਕੇ ਠੀਕ ਹੋ ਜਾਂਦੀ ਹੈ, ਬਾਅਦ 'ਚ ਅਸੀਂ ਇਗਨੋਰ ਕਰ ਦਿੰਦੇ ਹਾਂ। ਪਰ ਜੇ ਤੁਹਾਨੂੰ ਲੱਗਦਾ ਕਿ ਰੈਗੂਲਰਲੀ ਇਹ ਤੁਹਾਡੀ ਲਾਈਫ ਸਟਾਈਲ ਦੇ ਵਿੱਚ ਤੁਹਾਨੂੰ ਵਿਘਨ ਪਾ ਰਹੀ ਹੈ, ਤਾਂ ਜ਼ਰੂਰ ਤੁਸੀਂ ਨੋਟ ਕਰੋ ਕੀ ਕੁਝ ਹੈਗਾ, ਤੇ ਫਿਰ ਤੁਸੀਂ ਡਾਕਟਰ ਨਾਲ ਜਿਹੜੀ ਸਲਾਹ ਕਰ ਸਕਦੇ ਹੋ। ਦੇਖੋ ਮੇਰਾ ਥੋੜਾ ਜਿਹਾ ਗਲਾ ਖਰਾਬ, ਇਸ ਤੋਂ ਵਾਂਸ ਇਨ ਵਾਇਰ ਮੈਨੂੰ ਪਾਣੀ ਪੀਣਾ ਪੈਂਦਾ, ਪਰ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ ਗੱਲਾਂ ਨੇ ਸਾਰੀਆਂ ਇਹਨਾਂ ਨੂੰ ਨੋਟ ਕਰਨਾ। ਫਿਰ ਤੁਸੀਂ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਓਪਨਿੰਗ ਦੇ ਵਿੱਚ ਕਿ ਤੁਸੀਂ ਡਾਕਟਰ ਕੋਲ ਕਦੋਂ ਜਾਣਾ, ਉਹ 5-6 ਗੱਲਾਂ ਨੋਟ ਕਰ ਲਓ। ਜਦੋਂ ਤੁਹਾਨੂੰ ਸਵੀਅਰ ਹੈਡੇਕ ਹੋ ਜਾਂਦੀ ਹੈ,
ਤੁਹਾਨੂੰ ਜਿਹੜਾ ਐਕਸਪਲੇਨੇਸ਼ਨ ਤੁਹਾਨੂੰ ਮੈਂ ਐਕਸਪਲੇਨ ਕੀਤਾ ਉਹ ਤੁਸੀਂ ਜਾਣਾ ਹਸਪੀਟਲ ਵਿੱਚ ਜਾਣਾ ਤੇ ਫਿਰ ਹਸਪੀਟਲ ਵਿੱਚ ਜਾ ਕੇ ਬਾਕੀ ਜਿਹੜੇ ਨਾ ਅਗਲੀ ਵਾਰੀ ਮੈਂ ਐਕਸਪਲੇਨ ਕਰਾਂਗਾ ਵੀ ਤੁਸੀਂ ਤੁਹਾਡੇ ਟੈਸਟ ਕਿਹੜੇ ਹੋਣੇ ਨੇ ਟੈਸਟ ਐਵਰੇਜ ਕਿਹੜਾ ਹੈਗਾ ਤੇ ਦੂਸਰੇ ਟੈਸਟ ਇੰਪੋਰਟੈਂਟ ਟੈਸਟ ਕਿਹੜੇ ਨੇ ਤੇ ਕਿਹੜੇ ਟੈਸਟ ਨੇ ਜਦੋਂ ਕਿ ਤੁਹਾਨੂੰ ਚਾਹੀਦਾ ਵੀ ਤੁਸੀਂ ਬਿਲਕੁਲ ਅੜ ਜਾਣਾ ਵੀ ਮੈਂ ਟੈਸਟ ਇਹ ਕਰਾਣੇ ਇੱਕ ਹੁੰਦਾ ਵੀ ਆਹ ਟੈਸਟ ਨੇ ਵੀ ਚਲੋ ਕਰਵਾ ਲਓ ਬੇਸਿਕ, ਇੱਕ ਹੁੰਦਾ ਵੀ ਆ ਜ਼ਰੂਰੀ ਨੇ, ਤੀਜੇ ਹੁੰਦਾ ਬਿਲਕੁਲ ਅੜਨ ਵਾਲੇ ਟੈਸਟ ਵੀ ਇਸ ਤੋਂ ਬਿਨਾਂ ਮੈਂ ਜਾਣਾ ਨਹੀਂ ਕਿਉਂਕਿ ਹੁੰਦਾ ਕਈ ਵਾਰੀ ਐਮਰਜੈਂਸੀ ਦੇ ਵਿੱਚ ਜ਼ਿਆਦਾ ਲੋਕ ਬੈਠੇ ਹੁੰਦੇ ਨੇ ਉਹਨਾਂ ਕਹਿਣਾ ਪਤਾ ਨਹੀਂ ਹੈਡੇਕ ਲੈ ਕੇ ਆ ਗਿਆ ਬੰਦਾ ਹੁਣ ਵੀਕਐਂਡ ਤੇ ਪਤਾ ਨਹੀਂ ਸ਼ਰਾਬ ਪੀ ਲਈ ਹੋਣੀ ਹੈ ਡਰੱਗ ਕਰ ਲਈ ਹੋਣੀ ਜਾਂ ਮੰਡੇ ਨੂੰ ਜੇ ਲੇਟ ਆ ਜਾਏ ਉਹਨਾਂ ਨੇ ਕਹਿਣਾ ਵੀ ਰਾਤ ਦਾ ਕੋਈ ਕੁਛ ਨਾ ਕੁਛ ਕੀਤਾ ਹੋਣਾ ਜਾਂ ਕੋਈ ਘਰ 'ਚ ਲੜਾਈ ਹੋ ਗਈ ਜਾਂ ਕੋਈ ਸਟ੍ਰੈਸ ਆ ਗਿਆ ਕਈ ਗੱਲਾਂ ਨੇ ਉਹ ਫਿਰ ਉਹਨਾਂ ਗੱਲਾਂ ਨੂੰ ਤੁਸੀਂ ਨਾ ਸੋਚੋ ਤੁਸੀਂ ਦੇਖਣਾ ਉਹ ਕਿ ਇਹਦਾ ਕਾਰਨ ਲੱਭੋ ਬਿਲਕੁਲ ਇਹ ਗੱਲਾਂ ਨੂੰ ਆਪਾਂ ਜੇ ਫੋਕਸ ਕਰਾਂਗੇ ਤੇ ਆਪਾਂ ਨੂੰ ਬਹੁਤ ਮੁਸ਼ਕਲ ਆਉਣੀ ਹੈ ਕਿਉਂਕਿ ਜਦੋਂ ਇਹਦੀ ਕਈ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਹੁੰਦੀ ਹੈ ਬ੍ਰੇਨ ਦੇ ਵਿੱਚ ਕੋਈ ਟਿਊਮਰ ਹੋ ਸਕਦਾ ਕੋਈ ਇਨਫਲੇਮੇਸ਼ਨ ਹੋ ਸਕਦੀ ਹੈ ਇਨਫੈਕਸ਼ਨ ਹੋ ਸਕਦੀ ਹੈ ਜਿਹੜੀਆਂ ਨਰਵਸ ਨੇ ਉਹਨਾਂ ਵਿੱਚ ਕੋਈ ਇਨਫਲੇਮੇਸ਼ਨ ਹੋ ਸਕਦੀ ਉਹਦੇ ਨਾਲ ਤੁਹਾਡੀ ਅੱਖਾਂ 'ਤੇ ਅਸਰ ਪੈ ਸਕਦਾ ਤੁਹਾਡੇ ਬਾਡੀ ਫੰਕਸ਼ਨ 'ਤੇ ਫਰਕ ਪੈ ਸਕਦਾ ਤੁਹਾਡੇ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚੋਂ ਜੇ ਇਹ ਨਾ ਹੋਏ ਵੀ ਆਪਾਂ ਹੈਡੇਕ ਕਈ ਵਾਰੀ ਨੋਟ ਕੀਤਾ ਕਹਿਣਗੇ ਕੋਈ ਗੱਲ ਨਹੀਂ ਆਪੇ ਠੀਕ ਹੋ ਜਾਏਗਾ ਆਪੇ ਨਹੀਂ ਠੀਕ ਹੋਣੀ ਬਿਲਕੁਲ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਸਟ੍ਰੈਸ ਤੇ ਐਂਗਜ਼ਾਇਟੀ ਤੁਹਾਨੂੰ ਕਹਿ ਦਿੰਦੇ ਆ ਕਿ ਹੈਗੀ ਆ ਉਹਦੀ ਗੋਲੀ ਲਿਖ ਲੈਂਦੇ ਆ ਸੋ ਅਸੀਂ ਦਵਾਈ ਕੋਈ ਹੋਰ ਲੈ ਰਹੇ ਹੁੰਦੇ ਆ ਤੇ ਸਾਨੂੰ ਬਿਮਾਰੀ ਕੋਈ ਹੋਰ ਹੁੰਦੀ ਹੈ ਸੋ ਡਿਫਰੈਂਸ਼ੀਏਟ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਸੋ ਡਾਕਟਰਸ ਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਸੋ ਡਾਕਟਰ ਸਾਹਿਬ ਅਗਲੇ ਹਫਤੇ ਜ਼ਰੂਰ ਗੱਲ ਕਰਾਂਗੇ ਕਿ ਟੈਸਟ ਕਿਹੜੇ ਕਰਵਾਉਣੇ ਚਾਹੀਦੇ ਅੱਜ ਦੇ ਲਈ ਮੈਸੇਜ ਕੀ ਹੈ ਜੀ ਮੈਸੇਜ ਇਹ ਹੈ ਕਿ ਜਿਹੜੀ ਇਹਨੂੰ ਆਪਾਂ ਮੈਂ ਬਾਰ-ਬਾਰ ਤਾਂ ਰਿਪੀਟ ਕਰਨਾ ਪਿਆ ਸਿੰਪਲ ਗੱਲਾਂ ਨੇ ਇਹ ਸਿੰਪਲ ਗੱਲਾਂ ਹੀ ਤੁਹਾਨੂੰ ਬਚਾਉਂਦੀਆਂ ਨੇ ਵੱਡੀਆਂ ਗੱਲਾਂ ਨਾਲ ਗੱਲ ਨਹੀਂ ਬਣਦੀ ਇਹ ਤੁਸੀਂ ਨੋਟ ਕਰੋ ਇਹਦੇ ਬਾਰੇ ਪੜ੍ਹੋ ਜਿਹੜੀਆਂ ਸਾਈਟਸ ਨੇ ਸਾਰੀਆਂ ਚੰਗੀਆਂ ਉਹਦੇ ਬਾਰੇ ਦੇਖੋ ਨਾਲ ਇਹ ਵੀ ਨੋਟ ਕਰਨਾ ਕਿ ਜੇ ਤੁਸੀਂ ਡਾਕਟਰ ਨੇ ਤੁਹਾਨੂੰ ਮੈਡੀਸਨ ਪ੍ਰਸਕ੍ਰਾਈਬ ਕੀਤੀ ਹੈ ਕਿਸੇ ਵੀ ਕਾਰਨ ਕਰਕੇ ਹੋ ਸਕਦਾ ਬਲੱਡ ਪ੍ਰੈਸ਼ਰ ਦੀ ਹੋਏ ਸ਼ੂਗਰ ਦੀ ਹੋਏ ਜਾਂ ਤੁਹਾਨੂੰ ਕੋਈ ਤੁਹਾਡੀ ਐਂਗਜ਼ਾਇਟੀ ਵਾਸਤੇ ਹੋਈ ਹੈ ਜਾਂ ਤੁਸੀਂ ਮਾਈਗ੍ਰੇਨ ਹੈਡੇਕ ਲਈ ਤੁਹਾਨੂੰ ਮੈਡੀਸਨ ਵੀ ਪ੍ਰਸਕ੍ਰਾਈਬ ਕੀਤੀ ਹੈ ਉਹਦੇ ਕਰਕੇ ਕੋਈ ਵੱਧ ਘੱਟ ਤਾਂ ਨਹੀਂ ਤੁਹਾਨੂੰ ਹੋ ਰਿਹਾ ਉਹ ਵੀ ਗੱਲਾਂ ਨੋਟ ਕਰਨੀਆਂ ਪੈਣੀਆਂ ਫਿਰ ਦੇਖਣਾ ਵੀ ਜਿਹੜੀ ਆਯੁਰਵੈਦਿਕ ਮੈਡੀਸਨ ਤਾਂ ਨਹੀਂ ਕੋਈ ਲੈ ਰਹੇ ਕੋਈ ਹੋਮਿਓਪੈਥਿਕ ਜਾਂ ਕੋਈ ਹਰਬਲ ਮੈਡੀਸਨ ਤਾਂ ਨਹੀਂ ਨਾਲ ਲੈ ਰਹੇ ਉਹ ਨੋਟ ਜ਼ਰੂਰ ਕਰਿਓ ਕਿਉਂਕਿ ਜਦੋਂ ਆਪਾਂ ਪ੍ਰੈਜੈਂਟੇਸ਼ਨ ਕਰਨੇ ਆ ਇੱਕੋ ਚੀਜ਼ 'ਤੇ ਸਾਡਾ ਸਿਸਟਮ ਇੱਥੇ ਇੱਕੋ ਪਾਸੇ ਫੋਕਸ ਹੈ ਕਿ ਜਦੋਂ ਬੰਦਾ ਬਿਲਕੁਲ ਬਿਮਾਰ ਹੋ ਗਿਆ ਉਹਨੂੰ ਕਿੱਦਾਂ ਡੀਲ ਕਰਨਾ ਪਰ ਐਕਚੁਅਲੀ ਉਹ ਬਿਮਾਰ ਹੋਣ ਤੋਂ ਪਹਿਲਾਂ ਜਿਹੜੀਆਂ ਗੱਲਾਂ ਨੇ ਪ੍ਰੀਵੈਂਸ਼ਨ ਵਾਸਤੇ ਇਹ ਗੱਲਾਂ ਹਿਸਟਰੀ ਲੈਣੀ ਉਹਦੇ ਬਾਰੇ ਸੁਣਨਾ ਗੱਲਬਾਤ ਕਰਨੀ ਕਿਉਂਕਿ ਜਦੋਂ ਡਾਕਟਰ ਕੋਲ ਜਾਣਾ ਉਹਨਾਂ ਕੋਲ ਬਹੁਤਾ ਟਾਈਮ ਨਹੀਂ ਹੋਣਾ ਤੁਸੀਂ ਲਿਖ ਕੇ ਗੱਲਾਂ ਹੋਣ ਤੁਹਾਡੇ ਆਪਣੇ ਮਨ ਦੇ ਵਿੱਚ ਇੱਕ ਚਾਹੀਦਾ ਰੋਡ ਮੈਪ ਕਿ ਆਹ ਮੈਨੂੰ ਪ੍ਰੋਬਲਮ ਹੈ ਇੰਨੀ ਦੇਰ ਤੱਕ ਮੈਂ ਵੇਟ ਕੀਤਾ ਹੁਣ ਮੇਰਾ ਨੈਕਸਟ ਸਟੈਪ ਕਿਹੜਾ ਮੈਂ ਡਾਕਟਰ ਕੋਲ ਆਇਆ ਉਹਨਾਂ ਕੋਲੋਂ ਮੈਂ ਕਿਹੜੀ ਚੀਜ਼ ਮੈਂ ਪੁੱਛਣੀ ਹੈ ਉਸ ਤੋਂ ਬਾਅਦ ਫਿਰ ਮੈਂ ਨੈਕਸਟ ਸਟੈਪ ਕੀ ਲੈਣਾ ਮੈਂ ਫਾਲੋ ਅਪ ਅਪਾਇੰਟਮੈਂਟ ਕਦੋਂ ਬਣਾਉਣੀ ਹੈ ਜਾਂ ਜੇ ਮੈਂ ਟਰੈਵਲ ਕਰਨਾ ਤੇ ਉਸ ਤੋਂ ਪਹਿਲਾਂ ਮੈਨੂੰ ਕੀ ਕਰਨਾ ਚਾਹੀਦਾ ਜਾਂ ਫਿਰ ਹੈਗਾ ਵੀ ਜੇ ਤੁਹਾਨੂੰ ਇੰਨੀ ਜ਼ਿਆਦਾ ਖਤਰਨਾਕ ਹੈਡੇਕ ਤੁਹਾਡੀ ਹੋ ਗਈ ਜ਼ਬਰਦਸਤ ਹੋ ਰਹੀ ਹੈ ਤੇ ਤੁਸੀਂ ਘਰ ਦੇ ਵਿੱਚ ਕਿਸੇ ਨੂੰ ਕਨਵੇ ਕੀਤਾ ਕਿ ਨਹੀਂ ਕੀਤਾ ਕਿ ਮੈਨੂੰ ਪ੍ਰੋਬਲਮ ਹੈਗੀ ਇਹ ਨਾ ਹੋਏ ਵੀ ਤੁਹਾਨੂੰ ਹੈਡੇਕ ਕੋਈ ਵੱਡੇ ਕੋਈ ਟਿਊਮਰ ਕਰਕੇ ਹੋਏ ਜਾਂ ਕੋਈ ਤੁਹਾਨੂੰ ਆਲਰੇਡੀ ਕੋਈ ਇੰਪੈਂਡਿੰਗ ਡਿਜ਼ਾਸਟਰ ਹੈ ਤੁਹਾਡੇ ਬ੍ਰੇਨ ਦੇ ਵਿੱਚ ਸਟ੍ਰੋਕ ਜਾਂ ਹੋਰ ਕੋਈ ਪ੍ਰੋਬਲਮ ਖੜੀ ਹੋ ਰਹੀ ਹੈ ਤੇ ਘਰ 'ਚ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੇ ਕਹਿਣਾ ਵੀ ਬੰਦਾ ਸਾਡਾ ਰਾਤ ਨੂੰ ਗਿਆ ਪਰ ਜੇ ਉਸ ਬੰਦੇ ਨੇ ਕਿਸੇ ਨਾਲ ਡਿਸਕਸ ਨਹੀਂ ਕੀਤਾ ਉਹ ਬੰਦੇ ਦਾ ਵੀ ਕਸੂਰ ਹੈ ਤੇ ਘਰਦਿਆਂ ਦਾ ਵੀ ਉਹਨਾਂ ਨੂੰ ਨਹੀਂ ਪਤਾ ਵੀ ਇਹ ਜਿਹੜਾ ਬੰਦਾ ਇੰਨੀ ਵਾਰੀ ਸਫਰ ਕਰਦਾ ਪਿਆ ਕੰਪਲੇਨ ਕਰਦਾ ਪਿਆ ਉਹਦੇ ਵੱਲ ਧਿਆਨ ਦਿਓ ਕਿਉਂਕਿ ਜੇ ਆਪਾਂ ਧਿਆਨ ਨਾ ਦਾਂਗੇ ਤਾਂ ਫਿਰ ਜਦੋਂ ਇਹੋ ਜਿਹਾ ਕੋਈ ਹਾਦਸਾ ਹੁੰਦਾ ਤੇ ਸਾਰੇ ਫਿਰ ਇੱਕੋ ਚੀਜ਼ ਨੂੰ ਬਲੇਮ ਕਰਦੇ ਨੇ ਡਾਕਟਰ ਨੂੰ ਪ੍ਰਾਇਮਰੀ ਡਾਕਟਰ ਨੂੰ ਤੇ ਜਾਂ ਫਿਰ ਐਮਰਜੈਂਸੀ ਰੂਮ ਨੂੰ ਤੇ ਜਾਂ ਫਿਰ ਸਿਸਟਮ ਨੂੰ ਐਕਚੁਅਲੀ ਉਹਦੇ ਵਿੱਚ ਜਿਹੜਾ ਮੇਨ ਕੰਪੋਨੈਂਟ ਉਹ ਪੇਸ਼ੈਂਟ ਨੂੰ ਵੀ ਧਿਆਨ ਰੱਖਣਾ ਪੈਣਾ ਕਿ ਉਹਨਾਂ ਦੀ ਰਿਸਪੌਂਸਿਬਿਲਟੀ ਕੀ ਹੈ ਜੀ ਬਿਲਕੁਲ ਜੀ ਅਗਲੇ ਹਫਤੇ ਫਿਰ ਤੋਂ ਮੁਲਾਕਾਤ ਹੋਵੇਗੀ ਜੀ ਅੱਜ ਦੇ ਲਈ ਧੰਨਵਾਦ ਜੀ ਥੈਂਕ ਯੂ ਸੋ ਸਿਰ ਦਰਦ ਦੇ ਬਾਰੇ ਤੁਸੀਂ ਦੇਖਿਆ ਕਿ ਕਿੰਨੇ ਜ਼ਿਆਦਾ ਇਹਦੇ ਵਿੱਚ ਟਾਈਪਸ ਹੈਗੀਆਂ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਅਣਗੌਲਿਆਂ ਨਹੀਂ ਕਰਨਾ ਚਾਹੀਦਾ ਚਾਹੇ ਉਹ ਮਾਮੂਲੀ ਸਿਰ ਦਰਦ ਹੈ ਤੇ ਚਾਹੇ ਉਹ ਬਹੁਤ ਜ਼ਿਆਦਾ ਸਿਰ ਦਰਦ ਹੈ ਸੋ ਸਿਰ ਦਰਦ ਦੇ ਨਾਲ ਰਿਲੇਟਡ ਕਿਹੜੇ ਟੈਸਟ ਹੋ ਸਕਦੇ ਨੇ ਅਗਲੇ ਹਫਤੇ ਫਿਰ ਇਸ ਬਾਰੇ ਗੱਲਬਾਤ ਕਰਾਂਗੇ ਇਨਫੋਰਮੇਸ਼ਨ ਤੇ ਅਪਡੇਟ ਦੇ ਲਈ ਦੇਖਦੇ ਰਹੋ ਸਾਂਝਾ ਟੀਵੀ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ